ਹੈਲੋ ਸਟੂਡੈਂਟਸ, ਅੱਜ ਦੇ ਮੈਥਸ ਦੇ ਲੈਕਚਰ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਮੇਰਾ ਨਾਮ ਹੈ ਦਿਲਪ੍ਰੀਤ ਕੌਰ ਤੇ ਅਸੀਂ ਪੜ੍ਹ ਰਹੇ ਹਾਂ 10th ਕਲਾਸ ਦਾ ਮੈਥਸ। ਅਸੀਂ ਸ਼ੁਰੂ ਕੀਤਾ ਸੀਗਾ ਚੈਪਟਰ ਨੰਬਰ 3 ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ। ਸੋ ਪਿਛਲੇ ਲੈਕਚਰਸ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਿਆ। ਦੋ ਲੀਨੀਅਰ ਇਕੁਏਸ਼ਨਸ ਨੂੰ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕੀਤੀ ਕਿ ਦੋ ਲੀਨੀਅਰ ਇਕੁਏਸ਼ਨਸ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਹਦੇ ਵਿੱਚ ਲੀਨੀਅਰ ਇਕੁਏਸ਼ਨਸ ਵੀ ਹੋਣ ਤੇ ਉਹਨਾਂ ਦੇ ਵਿੱਚ ਵੇਰੀਏਬਲਸ ਵੀ ਦੋ ਹੋਣ, x ਤੇ y। ਸੋ ਆਪਾਂ ਸਭ ਤੋਂ ਪਹਿਲਾਂ ਲੀਨੀਅਰ ਇਕੁਏਸ਼ਨਸ ਦੀ ਗੱਲ ਕੀਤੀ। ਦੂਸਰੀ ਆਪਾਂ ਗੱਲ ਕੀਤੀ ਕਿ ਉਹਨਾਂ ਲੀਨੀਅਰ ਇਕੁਏਸ਼ਨਸ ਨੂੰ ਅਸੀਂ ਸੋਲਵ ਕਿੱਦਾਂ ਕਰਨਾ ਹੈ। ਸੋਲਵ ਕਰਨ ਦਾ ਮਤਲਬ ਹੈ ਅਸੀਂ x ਤੇ y ਦੀਆਂ ਇਸ ਤਰ੍ਹਾਂ ਦੀਆਂ ਵੈਲਿਊਜ਼ ਕੱਢਣੀਆਂ ਨੇ ਜਿਹੜੀ ਦੋਨੋਂ ਇਕੁਏਸ਼ਨਸ ਨੂੰ ਸੈਟੀਸਫਾਈ ਕਰਨ। ਸੋ ਸੋਲਵ ਕਰਨ ਦੇ ਸਾਡੇ ਕੋਲ ਅਸੀਂ ਦੋ ਮੈਥਡਸ ਪੜ੍ਹੇ ਸੀ। ਇੱਕ ਗ੍ਰਾਫਿਕਲ ਮੈਥਡ, ਮਤਲਬ ਗ੍ਰਾਫ ਡਰਾ ਕਰ ਲਓ ਇਕੁਏਸ਼ਨਸ ਦਾ, ਤਾਂ ਉਹਦੇ ਤੋਂ ਦੇਖ ਲਓ ਕਿ ਕਿਸ ਤਰ੍ਹਾਂ ਦੇ ਸੋਲੂਸ਼ਨ ਆ ਰਿਹਾ, ਕਿਸ ਤਰ੍ਹਾਂ ਦਾ ਕੇਸ ਬਣ ਰਿਹਾ, ਨੋ ਸੋਲੂਸ਼ਨ ਵਾਲਾ ਕੇਸ ਬਣ ਰਿਹਾ, ਇਨਫਾਈਨਾਈਟਲੀ ਮੈਨੀ ਸੋਲੂਸ਼ਨਸ ਬਣ ਰਿਹਾ, ਜਾਂ ਫਿਰ ਯੂਨੀਕ ਸੋਲੂਸ਼ਨ, ਸਿੰਗਲ ਸੋਲੂਸ਼ਨ ਵਾਲਾ ਕੇਸ ਬਣ ਰਿਹਾ। ਦੂਸਰੇ ਅਸੀਂ ਮੈਥਡਸ ਪੜ੍ਹੇ ਸੀ ਅਲਜਬਰਾਇਕ ਮੈਥਡਸ, ਜਿਹਦੇ ਵਿੱਚ ਅਸੀਂ ਕੀਤੇ ਸੀਗੇ ਤਿੰਨ ਤਰ੍ਹਾਂ ਦੇ ਮੈਥਡ। ਸਬਸਟੀਟਿਊਸ਼ਨ ਮੈਥਡ, ਉਸ ਤੋਂ ਬਾਅਦ ਅਸੀਂ ਪੜ੍ਹਿਆ ਇਲੀਮੀਨੇਸ਼ਨ ਮੈਥਡ, ਤੇ ਉਸ ਤੋਂ ਬਾਅਦ ਅਸੀਂ ਕੀਤਾ ਸੀਗਾ ਕ੍ਰਾਸ ਮਲਟੀਪਲੀਕੇਸ਼ਨ ਮੈਥਡ। ਸੋ ਅਗਰ ਕੋਈ ਵੀ ਸਾਡੇ ਕੋਲ ਪੇਅਰ ਆਫ ਲੀਨੀਅਰ ਇਕੁਏਸ਼ਨਸ ਹੈ, ਉਹਨਾਂ ਨੂੰ ਅਸੀਂ ਕਿਸੇ ਵੀ ਮੈਥਡ ਨਾਲ, ਚਾਹੇ ਉਹ ਸਬਸਟੀਟਿਊਸ਼ਨ ਹੋਵੇ, ਇਲੀਮੀਨੇਸ਼ਨ ਹੋਵੇ, ਜਾਂ ਫਿਰ ਕ੍ਰਾਸ ਮਲਟੀਪਲੀਕੇਸ਼ਨ ਮੈਥਡ ਹੋਵੇ, ਜਦੋਂ ਤੱਕ ਕੁਐਸਚਨ ਦੇ ਵਿੱਚ ਮੈਂਸ਼ਨਡ ਨਹੀਂ ਹੈ ਕਿ ਕਿਹੜਾ ਮੈਥਡ ਯੂਜ਼ ਕਰਨਾ ਹੈ, ਉਦੋਂ ਤੱਕ ਅਸੀਂ ਕੋਈ ਵੀ ਮੈਥਡ ਨਾਲ ਉਹਨੂੰ ਸੋਲਵ ਕਰ ਸਕਦੇ ਹਾਂ। ਅੱਜ ਅਸੀਂ ਪੜ੍ਹਾਂਗੇ ਕਿ ਜਦੋਂ ਅਸੀਂ ਅਲਜਬਰਾਇਕ ਮੈਥਡ ਨਾਲ ਇਕੁਏਸ਼ਨਸ ਨੂੰ ਸੋਲਵ ਕਰਦੇ ਹਾਂ ਤਾਂ ਜੋ ਸਾਡੇ ਕੋਲ ਸੋਲੂਸ਼ਨਸ ਆਉਂਦੇ ਨੇ x ਤੇ y, ਉਹਦੇ ਤੋਂ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਉਹ ਯੂਨੀਕ ਸੋਲੂਸ਼ਨ ਵਾਲਾ ਕੇਸ ਹੈ, ਇਨਫਾਈਨਾਈਟਲੀ ਮੈਨੀ ਸੋਲੂਸ਼ਨ ਵਾਲਾ ਕੇਸ ਹੈ, ਜਾਂ ਫਿਰ ਉਹ ਨੋ ਸੋਲੂਸ਼ਨ ਵਾਲਾ ਕੇਸ ਹੈ। ਠੀਕ ਹੈ ਬੱਚਿਓ। ਸੋ ਸਭ ਤੋਂ ਪਹਿਲਾਂ ਆਪਾਂ ਕੁਐਸਚਨ ਦੇਖਦੇ ਹਾਂ। ਇੱਕ ਕੁਐਸਚਨ ਹੈ ਦ ਡਿਫਰੈਂਸ ਬਿਟਵੀਨ ਟੂ ਨੰਬਰਸ ਇਜ਼ 26 ਐਂਡ ਵਨ ਨੰਬਰ ਇਜ਼ 3 ਟਾਈਮਸ ਦੀ ਅਦਰ, ਫਾਈਂਡ ਦੀ ਨੰਬਰ। ਹੁਣ ਇੱਥੇ ਸਾਨੂੰ ਦੋ ਇਕੁਏਸ਼ਨਸ ਨਹੀਂ ਦਿੱਤੀਆਂ ਹੋਈਆਂ, ਮਤਲਬ ਸਾਨੂੰ ਸਟੇਟਮੈਂਟ ਦੀ ਫਾਰਮ ਦੇ ਵਿੱਚ ਕੁਐਸਚਨ ਹੈ। ਠੀਕ ਹੈ ਨਾ, ਲਿਖਿਆ ਹੈ ਸਟੇਟਮੈਂਟ ਦੀ ਫਾਰਮ ਦੇ ਵਿੱਚ ਰਿਟਨ ਹੈ ਕੁਐਸਚਨ। ਸਭ ਤੋਂ ਪਹਿਲਾਂ ਅਸੀਂ ਇਸ ਸਟੇਟਮੈਂਟ ਨੂੰ ਸਟੱਡੀ ਕਰਕੇ ਇਕੁਏਸ਼ਨਸ ਬਣਾਉਣੀਆਂ ਨੇ। ਕਿਸ ਤਰ੍ਹਾਂ ਬਣਾਵਾਂਗੇ ਦੇਖੋ। ਕੀ ਕਹਿੰਦਾ ਉਹ ਕਿ ਦ ਡਿਫਰੈਂਸ ਬਿਟਵੀਨ ਟੂ ਨੰਬਰਸ, ਵੀ ਕੋਈ ਦੋ ਨੰਬਰ ਨੇ, ਕਿਹੜੇ ਨੇ ਉਹ ਦੋ ਨੰਬਰ ਸਾਨੂੰ ਨਹੀਂ ਪਤਾ, ਉਹਨਾਂ ਦੇ ਵਿੱਚੋਂ ਡਿਫਰੈਂਸ ਹੈ, ਮਤਲਬ ਜਦੋਂ ਆਪਾਂ ਉਹਨਾਂ ਦੋਨੋਂ ਨੰਬਰਸ ਨੂੰ ਮਾਈਨਸ ਕਰਦੇ ਹਾਂ ਤਾਂ ਜੋ ਆਨਸਰ ਆਉਂਦਾ ਉਹ 26 ਆ ਰਿਹਾ। ਠੀਕ ਹੈ। ਐਂਡ ਵਨ ਨੰਬਰ ਇਜ਼ 3 ਟਾਈਮਸ ਦੀ ਅਦਰ ਨੰਬਰ, ਤੇ ਉਹਨਾਂ ਦੋਨਾਂ ਨੰਬਰਾਂ ਵਿੱਚੋਂ ਕੋਈ ਇੱਕ ਨੰਬਰ ਹੈ ਜਿਹੜਾ ਦੂਜੇ ਨੰਬਰ ਤੋਂ 3 ਗੁਣਾ ਹੈ। ਉਹ ਨੰਬਰਸ ਕਿਹੜੇ ਨੇ ਉਹ ਨਹੀਂ ਉਹਨੇ ਦੱਸਿਆ, ਸਿਰਫ ਇੱਕ ਰਿਲੇਸ਼ਨ ਜਿਹਾ ਦੱਸਦਾ। ਠੀਕ ਹੈ। ਫਾਈਂਡ ਦੀ ਨੰਬਰ, ਜੋ ਕਹਿੰਦਾ ਉਹ ਨੰਬਰਸ ਫਾਈਂਡ ਕਰਕੇ ਦੱਸੋ। ਹੁਣ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਵੇਰੀਏਬਲਸ ਲੈਟ ਕਰ ਲਾਂਗੇ। ਵੇਰੀਏਬਲਸ ਲੈਟ ਕਰਕੇ ਇਕੁਏਸ਼ਨਸ ਬਣਾਵਾਂਗੇ। ਸੋ ਲੈਟ ਕਰ ਲੈਂਦੇ ਹਾਂ। फर्स्ट नंबर इज x, कि पहला नंबर x है, नाल ही अपन लेट कर लेने कि जो सेकंड नंबर है y, सच दैट कि जेड़ा y है वो वड्डा है x तो, y इज ग्रेटर दैन x। सो मैनू उन्हें कहा कि तुसी नंबर्स फाइंड करने हैं। मैं अज्यूम कर लिया, मान लिया भी पहला नंबर मेरा x है तो दूजा नंबर मेरा y है। मैं इस तरह के नंबर मन्ने कि जो y है वो x नालों वड्डा है, y इज़ ग्रेटर दैन x। सो हुण उन्हें मैनू रिलेशन की दिता है, उन्हें मैनू रिलेशन ये दिता है कि द डिफरेंस बिटवीन टू नंबर्स इज़ 26। भी जो तुसी इन्हां दोनों नंबरों को माइनस करोगे तो इन्हां दा आंसर 26 आ रहा। इनू मैं इक्वेशन च अगर लिखना होगा तो मैं किस तरह लिख सकती हाँ, अकॉर्डिंग टू क्वेश्चन, अकॉर्डिंग टू क्वेश्चन जो मैं दोनों नंबर्स नू माइनस कर दी हाँ, y माइनस 6x मैं इसलिए लिखा है क्योंकि y है जोड़ा x नालों वड्डा है। इत्थे अपने कोल पॉजिटिव नंबर है 26 है। पॉजिटिव आंसर ताही आऊगा जो वड्डे नंबर जो छोटा माइनस करांगे। अगर मैं 4 माइनस 3 करूँगी ताही मेरे को 1 आंसर आऊगा पॉजिटिव। जे मैं 3 माइनस 4 करांगी तो -1 आऊगा, मतलब नेगेटिव आंसर आऊगा। ठीक है। इत्थे मैं लैके चल रही हाँ कि y जोड़ा वो वड्डा है x तो वड्डे नंबर जो छोटा माइनस करांगे तो पॉजिटिव आंसर आऊगा। इसलिए मैं इक्वेशन की बनाई है y माइनस एक्स। सो y माइनस एक्स द डिफरेंस बिटवीन टू नंबर्स इज 26। जो उन्होंने माइनस किया उन्होंने आंसर आ रहा है 26। सो ये मेरे को इक्वेशन नंबर 1 आ गई, फर्स्ट इक्वेशन। दूजी इक्वेशन की कहता है
वन नंबर इज 3 टाइम्स द अदर। ਜਿਹੜਾ ਇੱਕ ਨੰਬਰ ਹੈ ਦੂਜੇ ਨੰਬਰ ਤੋਂ 3 ਗੁਣਾ ਜ਼ਿਆਦਾ ਹੈ, 3 ਗੁਣਾ ਜ਼ਿਆਦਾ ਵੱਡਾ ਨੰਬਰ ਹੀ ਹੋਊਗਾ, ਮਤਲਬ ਜਿਹੜਾ y ਹੈ ਵੱਡਾ ਹੈ, ਇਹਦਾ ਮਤਲਬ ਉਹ x ਨਾਲੋਂ 3 ਗੁਣਾ ਜ਼ਿਆਦਾ ਹੈ। ਠੀਕ ਹੈ, ਇਹ ਮੇਰੇ ਕੋਲ ਦੂਸਰੀ ਇਕੁਏਸ਼ਨ ਆ ਗਈ। ਸੋ ਇਕੁਏਸ਼ਨ ਨੰਬਰ 1, ਇਕੁਏਸ਼ਨ ਨੰਬਰ 2। ਸੋ ਮੈਨੂੰ ਇੱਕ ਸਟੇਟਮੈਂਟ ਗਿਵਨ ਸੀਗੀਆਂ, ਉਹਨਾਂ ਸਟੇਟਮੈਂਟਸ ਨੂੰ ਇੰਟਰਪ੍ਰੈਟ ਕਰਕੇ, ਉਹਨਾਂ ਨੂੰ ਤੋੜ ਮਰੋੜ ਕੇ, ਸਮਝ ਕੇ x ਤੇ y ਵੇਰੀਏਬਲਸ ਨੂੰ ਲੈਟ ਕਰ ਲਿਆ। ਮੰਨ ਲਿਆ ਕਿ x ਇੱਕ ਨੰਬਰ ਹੈ, y ਇੱਕ ਨੰਬਰ ਹੈ, y ਵੱਡਾ ਹੈ x ਨਾਲੋਂ, ਤੇ ਮੈਂ ਕੁਐਸਚਨ ਦੇ ਅਕੋਰਡਿੰਗ ਟੂ ਦ ਕੁਐਸਚਨ ਦੋ ਇਕੁਏਸ਼ਨਸ ਬਣਾ ਲਈਆਂ। ਠੀਕ ਹੈ, ਇਕੁਏਸ਼ਨਸ ਕਿਸ ਤਰ੍ਹਾਂ ਬਣਾਈਆਂ? ਉਹਨੇ ਕਿਹਾ ਸੀ ਦ ਡਿਫਰੈਂਸ ਬਿਟਵੀਨ ਦੈਮ ਇਜ਼ 26, ਕਿ ਉਹਨਾਂ ਜੋ ਡਿਫਰੈਂਸ ਹੈ 26 ਹੈ, ਤੇ ਜਦੋਂ ਇੱਕ ਨੰਬਰ ਹੈ ਵਨ ਨੰਬਰ ਇਜ਼ 3 ਟਾਈਮਸ 3 ਗੁਣਾ ਜ਼ਿਆਦਾ ਹੈ, ਸੋ y ਇਜ਼ 3 ਟਾਈਮਸ x। ਦੋ ਇਕੁਏਸ਼ਨਸ ਆ ਗਈਆਂ। ਹੁਣ ਆਪਾਂ ਇਹਨਾਂ ਇਕੁਏਸ਼ਨਸ ਨੂੰ ਸੋਲਵ ਕਰਨਾ। ਦੇਖੋ y ਦੀ ਵੈਲਿਊ ਕਿਹਦੇ ਬਰਾਬਰ ਹੈ? 3x ਦੇ ਬਰਾਬਰ। ਜੇ ਮੈਂ ਇੱਥੇ ਸਬਸਟੀਟਿਊਸ਼ਨ ਮੈਥਡ ਯੂਜ਼ ਕਰਾਂ, ਕਿਉਂਕਿ ਮੇਰੇ ਕੋਲ ਬਣਿਆ ਬਣਾਇਆ y ਦੀ ਵੈਲਿਊ 3x ਦੇ ਵਿੱਚ ਦਿੱਤੀ ਹੋਈ ਹੈ, ਮੈਂ ਇਸ y ਦੀ ਵੈਲਿਊ ਨੂੰ ਇਕੁਏਸ਼ਨ ਨੰਬਰ 1 ਚ ਪੁੱਟ ਕਰ ਦਿੰਦੀ ਹਾਂ, ਸਬਸਟੀਟਿਊਟ ਕਰ ਦਿੰਦੀ ਹਾਂ। ਪੁੱਟ ਇਕੁਏਸ਼ਨ 2 ਇਨ ਇਕੁਏਸ਼ਨ 1, ਇਕੁਏਸ਼ਨ 2 ਨੂੰ ਇਕੁਏਸ਼ਨ 1 ਚ ਪੁੱਟ ਕਰ ਦਿੰਦੀ ਹਾਂ। ਜਾਂ ਮੈਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੀ ਹਾਂ, ਪੁੱਟ ਵੈਲਿਊ ਆਫ y in equation 1। ਜੇ ਮੈਂ ਇੱਦਾਂ ਲਿਖਤਾ ਕਿ ਪੁੱਟ ਵੈਲਿਊ ਆਫ y in equation 1, ਜਾਂ ਮੈਂ ਲਿਖਤਾ ਵੀ ਪੁੱਟ ਇਕੁਏਸ਼ਨ 2 in equation 1, ਇੱਕੋ ਗੱਲ ਹੁੰਦੀ ਹੈ। ਆਪਾਂ y ਦੀ ਵੈਲਿਊ ਇਕੁਏਸ਼ਨ ਨੰਬਰ 1 ਚ ਪੁੱਟ ਕਰ ਦਿੰਦੇ ਹਾਂ। ਇੱਥੇ y ਕਿੰਨਾ ਵਾ? 3x ਦੇ ਬਰਾਬਰ। ਇੱਥੇ ਮੈਂ ਲਿਖ ਦੂੰਗੀ 3x minus x equals to 26। 3x ਚੋਂ ਮਾਈਨਸ ਕਰਦਾ 1x, ਕੀ ਬਣ ਜਾਏਗਾ? 2x equals to 26। ठीक है, ਹੁਣ 2 ਇੱਧਰ ਮਲਟੀਪਲਾਈ ਹੋ ਰਿਹਾ ਤੇ ਇੱਧਰ ਨੀਚੇ ਚਲਾ ਜਾਏਗਾ। x equals to 26/2। ਕਟਿੰਗ ਕਰ ਦਿੰਨੇ ਆ 2 ਦੇ ਟੇਬਲ ਤੇ, 2 1s are 2 ਤੇ 2 3s are 6। x ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ? x equals to 13। ਠੀਕ ਹੈ, ਕੀ ਕੀਤਾ ਸੀ ਅਸੀਂ? ਦੋ ਇਕੁਏਸ਼ਨਸ ਬਣਾ ਕੇ y equals to 3x ਮੈਨੂੰ ਦਿੱਤਾ ਹੋਇਆ ਇਕੁਏਸ਼ਨ ਦੇ ਵਿੱਚ, ਪੁੱਟ ਕਰਤੀ y ਦੀ ਵੈਲਿਊ ਇਕੁਏਸ਼ਨ ਨੰਬਰ 1 ਦੇ ਵਿੱਚ। 1 ਦੇ ਵਿੱਚ ਪੁੱਟ ਕਰਤੀ y ਦੀ ਜਗ੍ਹਾ ਹਾਂ ਲਿਖਤਾ 3x, 3x minus x is equals to 26। 3x ਚੋਂ ਮਾਈਨਸ ਕੀਤਾ 2x equals to 26। 2 ਇੱਧਰ ਮਲਟੀਪਲਾਈ ਸੀ, ਇੱਧਰ ਜਾ ਕੇ ਡਿਵਾਈਡ ਹੋ ਗਿਆ, x equals to 13 ਆ ਗਿਆ। ਸੋ ਇੱਕ ਵੇਰੀਏਬਲ ਦੀ ਵੈਲਿਊ ਆ ਗਈ। ਹੁਣ ਮੈਂ ਦੂਸਰੇ ਵੇਰੀਏਬਲ ਦੀ ਵੈਲਿਊ ਕੱਢਣੀ ਹੈ। ਕੀ ਕਰਾਂਗੇ ਆਪਾਂ? ਇਸ x ਨੂੰ ਸੈਕੰਡ ਇਕੁਏਸ਼ਨ 'ਚ ਪੁੱਟ ਕਰ ਦਿਓ। ਤੁਸੀਂ ਫਸਟ ਇਕੁਏਸ਼ਨ 'ਚ ਵੀ ਪੁੱਟ ਕਰ ਸਕਦੇ ਹੋ, ਸੈਕੰਡ 'ਚ ਵੀ ਪੁੱਟ ਕਰ ਸਕਦੇ ਹੋ, ਜਿਹੜੀ ਮਰਜ਼ੀ ਇਕੁਏਸ਼ਨ 'ਚ ਪੁੱਟ ਕਰ ਸਕਦੇ ਹੋ। मैं सेकंड पुट कर दिनी है, पुट वैल्यू ऑफ x इन इक्वेशन 2। ठीक है, इक्वेशन नंबर 2 पुट कर दिनी है। सो y इज इक्वल्स टू 3 इंटू 13। x की जगह 13, 3 इंटू 13। सॉल्व कर लो इनू। ठीक है, 3 3s are 9, 3 1s are 3, 39। सो y ਦੀ ਵੈਲਿਊ ਕਿੰਨੀ ਆ ਗਈ? 39। x ਦੀ ਵੈਲਿਊ ਕਿੰਨੀ ਆ ਗਈ? 13। ਸੋ ਮੇਰੇ ਕੋਲ ਜੋ ਦੋ ਇਕੁਏਸ਼ਨ ਸੀ ਉਹ ਸੋਲਵ ਹੋ ਗਿਆ, ਤੇ x ਮੇਰਾ ਕੀ ਸੀਗਾ? ਫਸਟ ਨੰਬਰ। ਸੋ ਫਸਟ ਨੰਬਰ ਇਜ਼ 13 ਐਂਡ ਸੈਕੰਡ ਨੰਬਰ ਇਜ਼ 39। ਸੋ ਅਸੀਂ ਆਪਣਾ ਕੁਐਸਚਨ ਸੋਲਵ ਕਰ ਲਿਆ। ਉਹਨੇ ਸਾਨੂੰ ਕਿਹਾ ਸੀ ਵੀ ਦੋ ਨੰਬਰਸ ਨੂੰ फाइंड करना है। किस तरह के नंबर्स ਨੂੰ फाइंड करना है कि उन्होंने माइनस करो तो 26 आंसर आवे, तो जोड़ा y है वो 3 टाइम्स x है, जोड़ा y है वो 3 टाइम्स x है। x ਨੂੰ मैं 3 गुणा मल्टीप्लाई करा तो मेरे को y आता। सो असी x ਤੇ y ਦੀ वैल्यूज फाइंड कर लिया। फर्स्ट नंबर ਸਾਡੇ ਕੋਲ 13 आ गया, सैकेंड नंबर ਸਾਡੇ ਕੋਲ 39 आ गया। ਹੁਣ ਇਸ ਕੁਐਸਚਨ ਦੇ ਵਿੱਚ ਸਾਨੂੰ x ਤੇ y ਦੀ ਇੱਕ ਵੈਲਿਊ ਮਿਲੀ ਹੈ, ਇੱਕ ਵੈਲਿਊ x ਦੀ, ਇੱਕ ਵੈਲਿਊ y ਦੀ, मतलब ਸਾਡੇ ਕੋਲ ਇੱਕ ਪੁਆਇੰਟ ਆਇਆ x ਤੇ y। ठीक है, एक पॉइंट आया। जो साढ़े को एक पॉइंट आ रहा है, दो इक्वेशंस दा एक सोल्यूशन आया। सो ये केड़ा केस बन गया? यूनिक सोल्यूशन वाला। ठीक है, दो इक्वेशन सी, दोनों इक्वेशंस मैं सॉल्व किया तो मेरे को एक्स वाई की एक वैल्यू आई है। सो ये की बन गया? दो इक्वेशंस दा एक यूनिक सोल्यूशन। मतलब ये केस है कि ये दोनों लाइन्स
ਇੰਟਰਸੈਕਟ ਕਰ ਰਹੀਆਂ ਨੇ। ਮਤਲਬ ਜਦੋਂ ਤੁਸੀਂ ਇਹਨਾਂ ਦਾ ਗ੍ਰਾਫ ਪਲਾਟ ਕਰੋਗੇ, ਅਗਰ ਤੁਸੀਂ ਇਸੇ ਕੁਐਸਚਨ ਨੂੰ ਗ੍ਰਾਫਿਕਲ ਮੈਥਡ ਨਾਲ ਸੋਲਵ ਕਰਦੇ ਹੋ ਤਾਂ ਇਹ ਜਿਹੜੀਆਂ ਦੋਨੋਂ ਲਾਈਨਸ ਨੇ ਇਹ ਇੱਕ ਪੁਆਇੰਟ ਤੇ ਕੱਟ ਕਰਨਗੀਆਂ ਤੇ ਉਹ ਪੁਆਇੰਟ ਕੀ ਹੋਊਗਾ, ਉਹ ਪੁਆਇੰਟ ਹੋਏਗਾ 13,39 x, y। ਸੋ ਇਹ ਕੇਸ ਬਣ ਗਿਆ ਸਾਡਾ ਯੂਨੀਕ ਸੋਲੂਸ਼ਨ ਵਾਲਾ। ਹੁਣ ਅਸੀਂ ਇੱਕ ਚੀਜ਼ ਹੋਰ ਸਿੱਖਣੀ ਹੈ, ਵੈਰੀਫਿਕੇਸ਼ਨ ਕਰਨੀ। ਵੈਰੀਫਿਕੇਸ਼ਨ ਕਰਨ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਪੂਰਾ ਕੁਐਸਚਨ ਸੋਲਵ ਕਰ ਲਿਆ, ਠੀਕ ਹੈ, ਹੁਣ ਅਸੀਂ ਪੇਪਰ ਦੇ ਵਿੱਚ ਬੈਠੇ ਹਾਂ, ਅਸੀਂ ਪੇਪਰ ਦੇ ਵਿੱਚ ਪੂਰਾ ਕੁਐਸਚਨ ਸੋਲਵ ਕੀਤਾ ਟਾਈਮ ਲਾ ਕੇ, ਹੁਣ ਅਸੀਂ ਇਹ ਚੈੱਕ ਕਰਨਾ ਹੈ ਕਿ ਜੋ ਮੈਂ ਆਨਸਰ ਕੱਢੇ ਨੇ x ਤੇ y ਦੇ ਉਹ ਠੀਕ ਨੇ ਜਾਂ ਨਹੀਂ। ਉਹਦੇ ਲਈ ਕੀ ਕਰਨਾ, ਠੀਕ ਹੈ। ਵੈਰੀਫਿਕੇਸ਼ਨ ਦੇਖੋ ਕਿਸ ਤਰ੍ਹਾਂ ਕਰਨੀ ਹੈ, ਤੁਸੀਂ x ਤੇ y ਦੀ ਜੋ ਵੀ ਵੈਲਿਊਜ਼ ਕੱਢੀਆਂ ਨੇ ਉਹਨੂੰ ਇਕੁਏਸ਼ਨ 'ਚ ਪੁੱਟ ਕਰਕੇ ਦੇਖੋ। ਇਕੁਏਸ਼ਨ ਹੈ ਸਾਡੇ ਕੋਲ y - x = 26, y ਦੀ ਵੈਲਿਊ ਹੈ 39, x ਦੀ ਵੈਲਿਊ ਹੈ 13, 26, 9 - 3 6, 3 - 1 2, 26। सो लेफ्ट हैंड साइड है जो वो राइट हैंड साइड के बराबर आ गई, ठीक है। जो असी सॉल्व करके x ते y दी वैल्यूज़ कढ़ियां सी उन्होंने अपनी इक्वेशन पुट करके देखिया, जो पुट करके देखिया तो लैफ्ट हैंड साइड राइट हैंड साइड के बराबर आ जाए तो यह मतलब है कि जो असी पूरा सम सॉल्व किया है वो बिल्कुल सही है, वो वेरीफाई हो जाएगा। सो यही मैथड है इनू चैक करन दा कि जो असी पूरा सम सॉल्व कर लिया तो चैक करना है, किवें चैक करना है, जो वैल्यूज़ आई हैं उन्होंने दोबारा इक्वेशन पुट करके देख लो। अगर लैफ्ट हैंड साइड राइट हैंड साइड के बराबर आ जाए इसका मतलब सम सही है, अगर लैफ्ट हैंड साइड राइट हैंड साइड के बराबर नहीं है इसका मतलब तुहाडा सम गलत है, उन्होंने ठीक कर लेना, ठीक है। सो आपां ये की कीता है, स्टेटमेंट की फॉर्म के क्वेश्चन दिता होया सी, उस क्वेश्चन तो सब तो पहला इक्वेशनस बनाइया, उन्होंने इक्वेशनस नू सबस्टिट्यूशन मैथड लाया, मैं इत्थे सबस्टिट्यूशन मैथड नाल सॉल्व कर लिया। x ते y दी वैल्यूज़ आ गई, जो मेरे को x ते y दी एक वैल्यू आ रही है, मतलब एक x दी वैल्यू एक y दी वैल्यू मतलब एक x y आ रहा है। सो ये केड़ा केस है, यूनीक सोल्यूशन वाला, मीनस जो लाइन्स ने जो इक्वेशनस ने वो इंटरसैक्टिंग इक्वेशनस ने। हुण आपां गल करदे हां कि वो केस केड़ा है जदों साडे कोल इनफाइनाइटली मैनी सोल्यूशन आंदे ने ते जदों साडे कोल नो सोल्यूशन आवे। हुण आपां ये वाले दो केसिस नूं डिस्कस करांगे। हाँ जी बच्चों, हुण साडे कोल सानूं दो इक्वेशनस दित्तियां होईयां ने, x - 3y = 3 ते 3x - 9y = 2। इन्हां दोनों इक्वेशनस नूं आपां सॉल्व करना है, ठीक है। अलजैब्राइकली सॉल्व करना है। अलजैब्राइकली सॉल्व करने के 3 मैथड कीते सी, सबस्टिट्यूशन, एलिमिनेशन ते क्रॉस मल्टीप्लीकेशन। इत्थे हुण मैं एलिमिनेशन मैथड करूँगी ताकि अपना एक बार मैथड भी रिवाइज हो जाए। सब तो पहले की करना, आपां इक्वेशनस नूं नाम देना है। ये है साडी इक्वेशन नंबर 1 ते ये है साडी इक्वेशन नंबर 2, ठीक है। एलिमिनेशन मैथड च असीं की करदे हुंदे हां, असीं कोशिश करनी हुंदी है कि साडे वेरीएबल दे नाल सेम कोएफिशिएंट आ जाए, ठीक है। जिवें इत्थे 1 है, इत्थे 3 है, मैं कोशिश करनी है इत्थे भी 3 आ जाए ताकि 3x बन जाए। सो उहदे लई मैं की करूँगी, इस फर्स्ट इक्वेशन नूं 3 नाल मल्टीप्लाई कर दिंदी हां, ठीक है। तो जिहड़ी सैकेंड इक्वेशन है उहनूं मैं 1 नाल मल्टीप्लाई कर दिंदी हां। 1 नाल मल्टीप्लाई करना दा मतलब यह है कि जो मैं किसी भी चीज़ नूं 1 नाल मल्टीप्लाई करूँगी तो आंसर तो सेम ही आएगा, मतलब यही इक्वेशन रहूगी, ठीक है। क्यों किया मैं फर्स्ट इक्वेशन 3 नाल मल्टीप्लाई, ताकि इत्थे भी x दे नाल 3 आ जाए। सो इस पूरी इक्वेशन नूं मैं 3 नाल मल्टीप्लाई कर दिता तो इस पूरी इक्वेशन नूं 1 नाल मल्टीप्लाई कर देंगे। मल्टीप्लाई करने तो बाद की आंसर आओगे साडे कोल, इधर मल्टीप्लाई करते हैं 3x - 3 3 = 9y = 9, तो इस तरफ आ जाएगा 3x - 9y = 2, ठीक है। हुण तुसीं देखो 3x - 9y = 9, 3x - 9y = 2। हुण आपां इहनूं की करना वा, सबट्रैक्ट। ये बन गई इक्वेशन नंबर 3, ये बनी इक्वेशन नंबर 4। आपां हुण करना है सबट्रैक्ट करांगे इक्वेशन 3 ते 4 नूं, थर्ड ते फोर्थ इक्वेशन सबट्रैक्ट कर लिया। जो असीं सबट्रैक्ट करना है, माइनस करांगे तो साइन चेंज करने हैं। प्लस का साइन इत्थे बन जाएगा माइनस का साइन, इत्थे माइनस का साइन बन जाएगा प्लस का साइन, इधर प्लस का साइन बन जाएगा माइनस का साइन। 3x प्लस का 3x माइनस का 3x कैंसिल हो गया, 0। माइनस का 9y प्लस का 9y, आ वाला साइन नहीं देखना, जेड़ा आप साइन चेंज करके लिखा उन्होंने देखना है। माइनस का 9y प्लस का 9y कैंसिल हो गया, ठीक है।
सो इधर भी 0 आ गया, तो इस तरफ की है 9 माइनस 2। सो की इक्वेशन बन गई मेरे को कि 0 इक्वल्स टू 9 माइनस 2। मैं 2 ਨੂੰ इस तरफ ले आनी है, 2 इज इक्वल्स टू 9। ਹੁਣ ਤੁਸੀਂ ਦੇਖੋ ਇਹ ਸਾਡੇ ਕੋਲ ਇੱਕ ਫਾਲਸ ਰਿਲੇਸ਼ਨ ਆ ਗਿਆ। ਇਹ ਚੀਜ਼ ਮੈਥਮੈਟਿਕਲੀ ਪੋਸੀਬਲ ਨਹੀਂ ਹੈਗੀ ਵੀ 2 ਆ ਜਿਹੜਾ ਉਹ 9 ਦੇ ਬਰਾਬਰ ਕਦੀ ਆ ਜੇ, ਹੈ ਨਾ। ਇਟ ਇਜ਼ ਨਾਟ ਪੋਸੀਬਲ। इट इज़ नॉट पॉसिबल कि 2 9 के बराबर तो कभी होंगे ही नहीं है, ये चीज़ नहीं हो सकती। ਇਹਦਾ मतलब मैंने 2 इक्वेशनस दित्तियां हुई सी, दोनों इक्वेशनस जो मैं सॉल्व करना शुरू किया, जो मैं सॉल्व किया तो मेरे को एक इहो जिहा रिजल्ट आ गया जिहड़ा कि पॉसिबल ही नहीं है, हो ही नहीं सकता। तो ये किहड़ा केस बनिया साडे कोल? नो सोल्यूशन दा। नो सोल्यूशन मीनस पैरेलल लाइन्स। ਇਹਦਾ मतलब भी ਜਦੋਂ ਇਹ ਇਕੁਏਸ਼ਨਸ ਨੂੰ ਮੈਂ ਗ੍ਰਾਫ ਤੇ ਡਰਾ ਕਰੂੰਗੀ, ਗ੍ਰਾਫਿਕਲੀ ਡਰਾ ਕਰੂੰਗੀ, ਤਾਂ ਦੋਨੋਂ ਇਕੁਏਸ਼ਨਸ ਪੈਰਲਲ ਲਾਈਨਸ ਬਣ ਰਹੀਆਂ ਨੇ, ਕਿਉਂਕਿ ਜਦੋਂ ਮੈਂ ਇਹਨਾਂ ਨੂੰ ਐਲਜੈਬਰਾਇਕਲੀ ਸੋਲਵ ਕੀਤਾ ਤਾਂ ਮੇਰੇ ਕੋਲ ਕੋਈ ਸੋਲੂਸ਼ਨ ਨਹੀਂ ਆਇਆ। ਇਸੇ ਕੁਐਸਚਨ ਨੂੰ ਹੁਣ ਆਪਾਂ ਸਬਸਟੀਟਿਊਸ਼ਨ ਮੈਥਡ ਨਾਲ ਸੋਲਵ ਕਰਦੇ ਹਾਂ। ਸਬਸਟੀਟਿਊਸ਼ਨ ਮੈਥਡ 'ਚ ਕੀ ਕਰਦੇ ਹੁੰਦੇ ਅਸੀਂ, ਜਿੱਦਾਂ ਇਹ ਸਾਡੇ ਕੋਲ ਇਕੁਏਸ਼ਨ ਹੈ x - 3y = 3 ਤੇ 3x - ਦਾ 9y = 2। ਇਕੁਏਸ਼ਨ ਨੰਬਰ 1, इक्वेशन नंबर 2। इत्थे आपां हुण सबस्टिट्यूशन मैथड करते हैं। ठीक है, की करांगे? एक चो वैल्यू कढ़ के दूजे सबस्टिट्यूट करनी है। मैं इक्वेशन नंबर 1 चो वैल्यू कढ़ लैनी है, x - दा 3y = 3। सो x = 3 + 3y, ये बन गई मेरी इक्वेशन नंबर 3। ठीक है, इक्वेशन नंबर 3 नू इक्वेशन नंबर 2 च पुट कर देना, पुट इन इक्वेशन 2। सबस्टिट्यूट करन लगे आप, सबस्टिट्यूट कर दिन्ने तो 3 देखो x की जगह मैं की लिखता 3 + 3y, x की वैल्यू पुट कर दी। मल्टीप्लाई करते हैं हम आप इन्हों 3 × 3 9 तो इनू इधर मल्टीप्लाई करो, 9y - 9y = 2 प्लस 9y - 9y आपस च कटिया गया, की आ गया साडे कोल 9 = 2, जो कि नॉट पॉसिबल। सो नो सोल्यूशन। ठीक है बच्चों, सो तुसी देखिया कि साडे कोल इहो जिहियां भी इक्वेशनस मिल सकदियां ने, हो सकता है जिंदे सानू कोई XY की वैल्यू ना मिले, साडे कोल एक इहो जिहा मैथमैटिकल रिजल्ट आ जाए जिहड़ा कि हो ही नहीं सकता, पॉसिबल नहीं है। 2 = 9 आ गया, उस केस दे विच असीं कहांगे कि साडे कोल नो सोल्यूशन है। हुण इस इक्वेशनस नूं असीं चाहे तुसीं एलिमिनेशन मैथड नाल सॉल्व कर लो, चाहे तुसीं इहनूं सबस्टिट्यूशन मैथड नाल सॉल्व कर लो, आंसर हमेशा साडे कोल सेम ही आउणगे। सो आपां इहनूं सॉल्व कर लिया ते बन गया साडे कोल नो सोल्यूशन, मतलब पैरेलल लाइन्स वाला केस। हुण असीं एक होर क्वेश्चन करदे हां जिहदे विच असीं देखांगे इंटरसैक्टिंग लाइन्स वाले केस दे विच सानूं किद्दां पता लगूगा कि जिहड़ियां लाइन्स आ वो कोइनसाइड करदियां ने। इंटरसैक्टिंग वाला केस असीं कर चुके हैं, इस तो पिछला केस सीगा इंटरसैक्टिंग लाइन्स जदों साडे कोल एक यूनीक सोल्यूशन आ रिहा सी। हुण असीं करांगे जदों साडे कोल कोइनसाइडिंग लाइन्स आन, मतलब इनफाइनाइटली मैनी सोल्यूशनस आन। सो ओहदा आपां क्वेश्चन करदे हां हुण। हाँ जी बच्चों, हुण साडे कोल नैक्सट 2 इक्वेशनस जिहड़ियां आपां नूं दित्तियां होईयां ने वो हैगियां ने 3x - 5y = 20 ਤੇ 6x - 10y = 40। 2 ਇਕੁਏਸ਼ਨਸ ਦਿੱਤੀਆਂ ਨੇ, ਆਪਾਂ ਹੁਣ ਇਹਨਾਂ ਨੂੰ ਸੋਲਵ ਕਰਨਾ ਹੈ। ਸੋਲਵ ਕਰਨ ਲਈ ਤੁਹਾਡੇ ਕੋਲ 3 ਮੈਥਡ ਨੇ, ਸਬਸਟੀਟਿਊਸ਼ਨ, ਐਲੀਮੀਨੇਸ਼ਨ, ਕ੍ਰਾਸ ਮਲਟੀਪਲੀਕੇਸ਼ਨ। ਜਿਹੜਾ ਵੀ ਤੁਹਾਨੂੰ ਈਜ਼ੀ ਲੱਗਦਾ ਆਪਾਂ ਉਹ ਕਰ ਲੈਂਦੇ ਹਾਂ। ਮੈਨੂੰ ਐਲੀਮੀਨੇਸ਼ਨ ਮੈਥਡ ਸਭ ਤੋਂ ਜ਼ਿਆਦਾ ਈਜ਼ੀ ਲੱਗਦਾ ਕਿਉਂਕਿ ਉਹਦੇ ਵਿੱਚ ਆਪਾਂ ਇੱਕ ਵੇਰੀਏਬਲ ਤਾਂ ਐਲੀਮੀਨੇਟ ਹੀ ਕਰ ਦਿੰਦੇ ਹਾਂ, x ਜਾਂ y ਦੋਨਾਂ ਵਿੱਚੋਂ ਗਾਇਬ ਕਰ ਦਿੰਦੇ ਹਾਂ, ਤਾਂ ਫਿਰ ਸਿਰਫ ਇੱਕ ਵੇਰੀਏਬਲ ਰਹਿ ਜਾਂਦਾ ਹੈ ਜਿਹਨੂੰ ਸੋਲਵ ਕਰਨਾ ਈਜ਼ੀ ਹੈ। ਸੋ मैं इत्थे एलिमिनेशन मैथड करूँगी, तुसीं कोई भी मैथड यूज़ कर सकते हो। सो सब तो पहले इक्वेशनस नूं नाम दे दिए, इक्वेशन नंबर 1, इक्वेशन नंबर 2। एलिमिनेट करना है मतलब मैं कोशिश करनी है कि या तो इत्थे x के कोफिशिएंट सेम हो जान या y के कोफिशिएंट सेम हो जान। ठीक है, मैं इत्थे y के कोफिशिएंट सेम करके देखती हाँ की करांगे। इत्थे अगर मैं y के कोफिशिएंट सेम करने हैं तो जिवें इत्थे 5y है, इधर 10y है। अगर मैं 5y नूं 2 नाल मल्टीप्लाई करदा तो इत्थे भी 10y बन जाएगा, तो इधर 10y पिया ही है। सो ये 10y हो जाऊगा, माइनस करूँगी तो साइन चेंज होंगे, ये गायब हो जाऊगा y, तो x दे विच इक्वेशन बन जूगी। ठीक है, सो आपां इक्वेशन नंबर 1 नूं
2 ਨਾਲ ਮਲਟੀਪਲਾਈ ਕਰ ਦਿੰਦੇ ਆ ਤੇ ਜਿਹੜੀ ਇਕੁਏਸ਼ਨ ਨੰਬਰ 2 ਆ ਉਹਨੂੰ 1 ਨਾਲ ਮਲਟੀਪਲਾਈ ਕਰ ਦਿੰਦੇ ਆ ਤਾਂ ਕਿ ਇੱਥੇ 10 into 1 ਕਰੀਏ ਤਾਂ 10 ਨਹੀਂ ਰਵੇ ਤੇ ਇੱਥੇ ਜਦੋਂ 5 into 2 ਕਰੀਏ ਤਾਂ 10 ਬਣ ਜਾਏ। ਸੋ ਮਲਟੀਪਲਾਈ ਕਰਕੇ ਕੀ ਬਣੂਗਾ ਸਾਡੇ ਕੋਲ 3 2 6x minus 5 2 10y equals to 2 2 40 20 into 2 40 बन गया। so 6x minus 10y equals to 40। देखो सेम जी इक्वेशंस लग रही ने 6x minus 10y equals to 40 6x minus 10y equals to 40। आप इन्हें पहला सबट्रैक्ट कर दें। ये बन गई इक्वेशन नंबर 3, इधर बन गई इक्वेशन नंबर 4। सबट्रैक्ट 3 and 4। जो मैं इन्हें सबट्रैक्ट करूँगी प्लस है तो इतने माइनस का साइन बन जाएगा, माइनस है तो प्लस बन जाएगा, प्लस है तो माइनस बन जाएगा। ठीक है। सो 6x प्लस द 6x माइनस द 6x कैंसिल हो गया, 0 बन गया। माइनस द 10y प्लस द 10y कैंसिल हो गया, 0 बन गया। इक्वल टू इस तरफ देखो प्लस द 40 माइनस द 40 कैंसिल हो गया, इधर भी 0 आ गया। 0 इक्वल्स टू 0 ये तो पॉसिबल है और दोनों साइड इक्वल आ गई। सो ये साडे कोल केस बनूगा कोइंसाइडिंग लाइन्स या फिर ਅਸੀਂ कह सकते हैं इनफाइनाइटली मैनी सॉल्यूशंस। साडे कोल इनफाइनाइटली मैनी सॉल्यूशंस आएंगे, बहुत सारे सॉल्यूशंस आएंगे। ਤੁਸੀਂ ਇੱਕ ਚੀਜ਼ ਨੋਟਿਸ ਕਰੋ, ਇਸ ਤੋਂ ਪਿਛਲਾ ਜਿਹੜਾ ਕੁਐਸਚਨ ਅਸੀਂ ਕੀਤਾ ਸੀਗਾ ਉਹਦੇ ਵਿੱਚ ਸਾਡੇ ਕੋਲ ਇੱਕ ਇਹੋ ਜਿਹਾ ਮੈਥਮੈਟੀਕਲ ਰਿਜ਼ਲਟ ਆਇਆ ਸੀ ਜਿਹੜਾ ਪੋਸੀਬਲ ਨਹੀਂ ਸੀ, ਤਾਂ ਅਸੀਂ ਕਹਿ ਸਕਦੇ ਸਾਡੇ ਕੋਲ ਨੋ ਸੋਲੂਸ਼ਨ ਆਇਆ। ਹੁਣ ਸਾਡੇ ਕੋਲ x ਤੇ y ਦੀ ਤਾਂ ਕੋਈ ਵੈਲਿਊ ਨਹੀਂ ਆਈ, ਪਰ ਸਾਡੇ ਕੋਲ ਇੱਕ ਇਹੋ ਜਿਹਾ ਰਿਜ਼ਲਟ ਆ ਗਿਆ ਜਿਹੜਾ ਪੋਸੀਬਲ ਹੈ। ਠੀਕ ਹੈ, 0 ਇਕੁਅਲ ਟੂ 0 ਆ ਗਿਆ, ਬਰਾਬਰ ਆ ਗਿਆ। ਸੋ ਇਹ ਕੇਸ ਬਣ ਗਿਆ ਇਨਫਾਈਨਾਈਟਲੀ ਮੈਨੀ ਸੋਲੂਸ਼ਨ ਦਾ, ਮਤਲਬ ਬਹੁਤ ਸਾਰੇ ਸੋਲੂਸ਼ਨਸ ਹੋ ਸਕਦੇ ਨੇ, ਕੋਈ ਯੂਨੀਕ ਸੋਲੂਸ਼ਨ ਨਹੀਂ ਆਇਆ। ਜਦੋਂ ਸਾਡੇ ਕੋਲ x ਤੇ y ਦੀ ਇੱਕ ਵੈਲਿਊ ਆ ਜਾਂਦੀ ਹੈ ਤਾਂ ਉਹ ਬਣੇਗਾ ਯੂਨੀਕ ਸੋਲੂਸ਼ਨ। ਜਦੋਂ 0 ਇਕੁਅਲਸ ਟੂ 0 ਆ ਗਿਆ ਜਾਂ ਹੋਰ ਕੋਈ ਵੈਲਿਊ ਬਰਾਬਰ ਆ ਗਈ, ਕੋਈ ਮੈਥਮੈਟੀਕਲ ਰਿਜ਼ਲਟ ਆ ਗਿਆ ਜਿਹੜਾ ਪੋਸੀਬਲ ਹੈ, ਤਾਂ ਉਹ ਬਣ ਗਿਆ ਇਨਫਾਈਨਾਈਟਲੀ ਮੈਨੀ ਸੋਲੂਸ਼ਨਸ। ਤੇ ਜਦੋਂ ਇੱਕ ਇਹੋ ਜਿਹਾ ਰਿਜ਼ਲਟ ਬਣਿਆ ਜਿਹੜਾ ਹੋ ਨਹੀਂ ਸਕਦਾ, ਜਿਵੇਂ 9 ਇਕੁਅਲਸ ਟੂ 2 ਆ ਗਿਆ ਸੀ, ਉਦੋਂ ਆਪਣੇ ਕੋਲ ਕੇਸ ਬਣੂਗਾ ਨੋ ਸੋਲੂਸ਼ਨ ਦਾ। ਇਸੇ ਕੁਐਸਚਨ ਨੂੰ ਹੁਣ ਆਪਾਂ ਸਬਸਟੀਟਿਊਸ਼ਨ ਮੈਥਡ ਨਾਲ ਸੋਲਵ ਕਰਦੇ ਹਾਂ। ठीक है, सब्सटीट्यूशन मैथड की करांगे। पहली इक्वेशन च वैल्यू कढ़ लेने हैं। पहली इक्वेशन है 3x माइनस 5y इक्वल्स टू 20। इन जो आप x की वैल्यू कढ़ लेने हैं, 20 इस तरफ चल जाएगा, बन जाएगा प्लस 5y। 3x x इज इक्वल्स टू 20 प्लस 5y अपॉन 3। 3 इधर मल्टीप्लाई हो रहा सी तो इधर नीचे चला गया। सो 20 प्लस 5y अपॉन 3, इन्हों आप नाम दे देंगे इक्वेशन 3। पुट कर देंगे, पुट इन इक्वेशन नंबर 2। थर्ड इक्वेशन इक्वेशन नंबर 2 पुट कर देने। 6 x दे नाल x दी वैल्यू 20 प्लस 5y अपॉन 3 माइनस 10y इक्वल्स टू 40। ठीक है, 6 इंटू 20 करांगे 120 प्लस 6 इंटू 5 कर दें 30y अपॉन 3 माइनस 10y इक्वल्स टू 40। देखो 120 प्लस 30y अपॉन 3 माइनस 10y इक्वल्स टू 40। हुण असीं एलसीएम लेना, मतलब 3 नूं इहदे नाल भी मल्टीप्लाई करना, 3 नूं 40 नाल भी मल्टीप्लाई करना। ठीक है, जो मल्टीप्लाई करांगे साडे कोल बन जाएगा 120 प्लस 30y। हुण जिहड़ी वैल्यूज़ दे नीचे 3 नहीं पिया, जिवें इत्थे तां पूरी वैल्यू दे नीचे 3 सी, इत्थे इन्हां दे नीचे 3 नहीं पिया, तो इन्हां नूं आपां 3 नाल मल्टीप्लाई कर दांगे। 3 इंटू 10 बन जाएगा माइनस द 30y इक्वल्स टू 3 इंटू 4 बन जाएगा 40, बन जाएगा 120। ठीक है, सो प्लस 30y माइनस 30y आपस कैंसिल हो गए, 120 इक्वल्स टू 120 आ गया। 120 इक्वल्स टू 120 तो हो सकता है, पॉसिबल है, जिवें इत्थे 0 इक्वल्स टू 0 आ गया सी। सो ये केड़ा केस है साडे कोल इनफाइनाइटली मैनी सॉल्यूशंस वाला। सो
ਇਕੁਏਸ਼ਨਸ ਨੂੰ ਤੁਸੀਂ ਕਿਸੇ ਵੀ ਮੈਥਡ ਨਾਲ ਸੋਲਵ ਕਰੋ, ਚਾਹੇ ਐਲੀਮੀਨੇਸ਼ਨ ਮੈਥਡ ਨਾਲ, ਚਾਹੇ ਸਬਸਟੀਟਿਊਸ਼ਨ ਮੈਥਡ ਨਾਲ, ਚਾਹੇ ਕ੍ਰਾਸ ਮਲਟੀਪਲੀਕੇਸ਼ਨ ਮੈਥਡ ਨਾਲ ਸੋਲਵ ਕਰੋਗੇ, ਅਗਰ ਤੁਹਾਡੇ ਕੋਲ ਕੋਈ ਇਹੋ ਜਿਹਾ ਰਿਜ਼ਲਟ ਆ ਜਾਏ ਜੋ ਪੋਸੀਬਲ ਹੈ ਤਾਂ ਇਨਫਾਈਨਾਈਟਲੀ ਮੈਨੀ ਸੋਲਿਊਸ਼ਨਸ। ਪਿੱਛੇ ਜੋ ਕੁਐਸਚਨ ਕੀਤਾ ਸੀ ਜਿਹਦੇ ਵਿੱਚ ਨਾਟ ਪੋਸੀਬਲ ਸੀ ਤਾਂ ਨੋ ਸੋਲਿਊਸ਼ਨ, ਔਰ ਅਗਰ x ਔਰ y ਦੀ ਇੱਕ ਯੂਨੀਕ ਵੈਲਿਊ ਆ ਜਾਏ ਤਾਂ ਅਸੀਂ ਕਵਾਂਗੇ ਯੂਨੀਕ ਸੋਲਿਊਸ਼ਨ, ਮਤਲਬ ਇੰਟਰਸੈਕਟਿੰਗ ਲਾਈਨਸ ਵਾਲਾ ਕੇਸ ਹੈ। ਸੋ ਹੁਣ ਆਪਾਂ ਇੱਕ ਹੋਰ ਕੁਐਸਚਨ ਕਰਦੇ ਹਾਂ ਜਿਹਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਤੇ ਸਟੇਟਮੈਂਟ ਦੀ ਹੈਲਪ ਨਾਲ ਅਸੀਂ ਇਕੁਏਸ਼ਨਸ ਬਣਾ ਕੇ ਫਿਰ ਉਹਨਾਂ ਨੂੰ ਸੋਲਵ ਕਰਨਾ। ਹਾਂਜੀ ਬੱਚਿਓ, ਹੁਣ ਦੇਖੋ ਸਾਡੇ ਕੋਲ ਕਿਸ ਤਰ੍ਹਾਂ ਦਾ ਕੁਐਸਚਨ ਹੈ। ਕੁਐਸਚਨ ਹੈ the larger of two supplementary angles exceed the smaller by 18 degree, find the angles। ਸਟੇਟਮੈਂਟ ਦੀ ਫਾਰਮ ਦੇ ਵਿੱਚ ਹੈ ਕੁਐਸਚਨ, ਇਕੁਏਸ਼ਨਸ ਨੇ ਦਿੱਤੀਆਂ ਹੋਈਆਂ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਸਟੇਟਮੈਂਟ ਨੂੰ ਸਮਝ ਕੇ ਇਕੁਏਸ਼ਨਸ ਬਣਾਵਾਂਗੇ, ਉਸ ਤੋਂ ਬਾਅਦ ਉਹਨਾਂ ਇਕੁਏਸ਼ਨਸ ਨੂੰ ਸੋਲਵ ਕਰਾਂਗੇ ਤੇ ਉਹਨੇ ਸਾਨੂੰ ਕਿਹਾ ਫਾਈਂਡ ਦੀ ਐਂਗਲਸ ਨੂੰ ਫਾਈਂਡ ਕਰਾਂਗੇ। ਹੁਣ ਇਹਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ ਕੁਐਸਚਨ ਦੇ ਵਿੱਚ, ਦ ਲਾਰਜਰ ਆਫ ਦੀ ਟੂ ਸਪਲੀਮੈਂਟਰੀ ਐਂਗਲਸ। ਦੋ ਸਪਲੀਮੈਂਟਰੀ ਐਂਗਲਸ ਨੇ ਸਾਡੇ ਕੋਲ। ਸਪਲੀਮੈਂਟਰੀ ਐਂਗਲਸ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਤਾਂ ਸਪਲੀਮੈਂਟਰੀ ਐਂਗਲਸ ਉਹ ਐਂਗਲਸ ਜਿਨ੍ਹਾਂ ਦਾ ਸਮ ਕਰੀਏ ਤਾਂ ਸਾਡੇ ਕੋਲ 180 ਡਿਗਰੀ ਆਵੇ। ਠੀਕ ਹੈ, ਦੋ ਐਂਗਲਸ ਜਿਨ੍ਹਾਂ ਦਾ ਆਪਾਂ ਸਮ ਕਰੀਏ, ਉਹਨਾਂ ਨੂੰ ਐਡ ਕਰੀਏ ਤਾਂ ਸਾਡੇ ਕੋਲ ਆਨਸਰ 180 ਡਿਗਰੀ ਆਵੇ। ਸਮ ਆਫ ਟੂ ਐਂਗਲਸ ਅਗਰ 180 ਡਿਗਰੀ ਹੋਵੇ ਤਾਂ ਉਹਨਾਂ ਦੋਨਾਂ ਐਂਗਲਸ ਨੂੰ ਅਸੀਂ ਕਵਾਂਗੇ ਕਿ ਉਹ ਸਪਲੀਮੈਂਟਰੀ ਐਂਗਲਸ ਨੇ। ਸੋ ਦ ਲਾਰਜਰ ਆਫ ਦੀ ਟੂ ਸਪਲੀਮੈਂਟਰੀ ਐਂਗਲਸ, ਦੋ ਐਂਗਲਸ ਨੇ ਜਿਨ੍ਹਾਂ ਦਾ ਜਦੋਂ ਆਪਾਂ ਸਮ ਕਰਦੇ ਹਾਂ ਤਾਂ ਆਨਸਰ 180 ਡਿਗਰੀ ਆ ਰਿਹਾ। ਉਹਦੇ ਵਿੱਚੋਂ ਇੱਕ ਐਂਗਲ ਵੱਡਾ ਹੈ, ਇੱਕ ਲਾਰਜਰ ਐਂਗਲ ਹੈ ਤੇ ਇੱਕ ਸਮਾਲਰ ਐਂਗਲ ਹੈ। ਠੀਕ ਹੈ, ਉਹ ਕਹਿੰਦੇ ਕਿ ਜਿਹੜਾ ਲਾਰਜਰ ਐਂਗਲ ਹੈ, ਦ ਲਾਰਜਰ ਆਫ ਦੀ ਟੂ ਐਂਗਲਸ ਐਕਸੀਡ ਦੀ ਸਮਾਲਰ ਬਾਈ 18 ਡਿਗਰੀ। ਠੀਕ ਹੈ, ਜਿਹੜਾ ਵੱਡਾ ਐਂਗਲ ਹੈ ਉਹ ਛੋਟੇ ਐਂਗਲ ਤੋਂ 18 ਡਿਗਰੀ ਜ਼ਿਆਦਾ ਹੈ। ਸੋ ਫਾਈਂਡ ਦੋ ਐਂਗਲਸ, ਕਿ ਉਹਨਾਂ ਦੋਨੋਂ ਐਂਗਲਸ ਨੂੰ ਤੁਸੀਂ ਫਾਈਂਡ ਕਰੋ। ਸਭ ਤੋਂ ਪਹਿਲਾਂ ਆਪਾਂ ਵੇਰੀਏਬਲਸ ਲੈਟ ਕਰ ਲੈਂਦੇ ਹਾਂ। ਲੈਟ ਜੋ ਚੀਜ਼ ਫਾਈਂਡ ਕਰਨੀ ਹੁੰਦੀ ਹੈ ਉਹਨੂੰ ਆਪਾਂ ਲੈਟ ਕਰ ਲੈਂਦੇ ਹਾਂ। ਲੈਟ ਲਾਰਜਰ ਐਂਗਲ ਇਜ਼ x, ਲਾਰਜਰ ਐਂਗਲ ਇਕੁਅਲ ਟੂ x, ਤੇ ਸਮਾਲਰ ਐਂਗਲ ਨੂੰ ਮੈਂ ਲੈਟ ਕਰ ਲੈਂਦੀ ਹਾਂ y। ਸੋ ਲਾਰਜਰ ਐਂਗਲ x, ਸਮਾਲਰ ਐਂਗਲ y ਅਕੋਰਡਿੰਗ ਟੂ ਕੁਐਸਚਨ। ਕੁਐਸਚਨ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਤਾਂ ਉਹਨੇ ਕਿਹਾ ਕਿ ਉਹ ਦੋਨੋਂ ਸਪਲੀਮੈਂਟਰੀ ਐਂਗਲਸ ਨੇ। ਸਪਲੀਮੈਂਟਰੀ ਐਂਗਲਸ ਨੇ ਮਤਲਬ ਦੋਨੋਂ ਐਂਗਲਸ ਦਾ ਸਮ ਕਰੀਏ ਤਾਂ ਸਾਡੇ ਕੋਲ 180 ਡਿਗਰੀ ਬਣ ਰਿਹਾ। ਠੀਕ ਹੈ, 180 ਡਿਗਰੀ ਪਾਇਆ, ਚਾਹੇ ਤੁਸੀਂ ਡਿਗਰੀ ਨਾ ਪਾਓ ਕਿਉਂਕਿ ਹਜੇ ਤਾਂ ਸਾਨੂੰ ਇਕੁਏਸ਼ਨਸ ਹੀ ਸੋਲਵ ਕਰਨੀਆਂ ਨੇ, ਉਹਦੇ 'ਚ ਸਾਨੂੰ ਡਿਗਰੀ ਦੀ ਕੋਈ ਜ਼ਰੂਰਤ ਨਹੀਂ, ਸਾਨੂੰ ਸਿਰਫ ਨੰਬਰ ਚਾਹੀਦਾ। ਸੋ ਸਭ ਤੋਂ ਪਹਿਲਾਂ ਉਹਨੇ ਕਿਹਾ ਸੀ ਕਿ ਦੋਨੋਂ ਸਪਲੀਮੈਂਟਰੀ ਐਂਗਲਸ ਨੇ, ਮਤਲਬ x ਪਲੱਸ y ਹੈ ਜਿਹੜਾ ਉਹ 180 ਡਿਗਰੀ ਹੈ। ਦੂਸਰੀ ਗੱਲ ਉਹਨੇ ਕਹੀ ਸੀ ਕਿ ਜਿਹੜਾ ਲਾਰਜਰ ਐਂਗਲ ਹੈ ਉਹ ਛੋਟੇ ਐਂਗਲ ਤੋਂ 18 ਡਿਗਰੀਜ਼ ਵੱਡਾ ਹੈ। ਮਤਲਬ ਲਾਰਜਰ ਐਂਗਲ ਹੈ ਜਿਹੜਾ x ਮਾਈਨਸ y ਹੈ ਉਹ 18 ਦੇ ਬਰਾਬਰ ਹੈ, ਕਿਉਂਕਿ ਜਿਹੜਾ x ਹੈ ਉਹ y ਨਾਲੋਂ 18 ਡਿਗਰੀ ਵੱਡਾ ਹੈ। ਠੀਕ ਹੈ, ਇਹਦਾ ਮਤਲਬ ਜਦੋਂ ਮੈਂ x ਵਿੱਚੋਂ y ਮਾਈਨਸ ਕਰੂੰਗੀ ਤਾਂ ਆਨਸਰ 18 ਆਏਗਾ। x ਹੈ ਜਿਹੜਾ ਉਹ y ਨਾਲੋਂ 18 ਡਿਗਰੀ ਜ਼ਿਆਦਾ ਹੈ। ਸੋ ਇਕੁਏਸ਼ਨ ਬਣ ਗਈ x ਮਾਈਨਸ y ਇਕੁਅਲਸ ਟੂ 18। ਇਹ ਆ ਗਈ ਫਸਟ ਇਕੁਏਸ਼ਨ, ਇਹ ਆ ਗਈ ਸੈਕੰਡ ਇਕੁਏਸ਼ਨ। ਸੋ ਸਟੇਟਮੈਂਟ ਤੋਂ ਅਸੀਂ ਇਕੁਏਸ਼ਨਸ ਬਣਾ ਲਈਆਂ। ਹੁਣ ਇਹਨਾਂ ਇਕੁਏਸ਼ਨਸ ਨੂੰ ਤੁਸੀਂ ਕਿਸੇ ਵੀ ਮੈਥਡ ਨਾਲ ਸੋਲਵ ਕਰ ਦਿਓ। ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ। ਸੋ ਐਲੀਮੀਨੇਸ਼ਨ ਮੈਥਡ ਯੂਜ਼ ਕਰ ਸਕਦੇ ਹਾਂ। ਕਿਉਂ? ਕਿਉਂਕਿ ਦੇਖੋ ਪਲੱਸ y ਮਾਈਨਸ y, ਮੈਨੂੰ ਪਤਾ ਹੈ ਕਿ ਜਦੋਂ ਮੈਂ ਇਹਨਾਂ ਨੂੰ ਸਬਟਰੈਕਟ ਕਰੂੰਗੀ, ਜਾਂ ਇੱਥੇ ਸੇਮ ਹੈ x ਹੈ, ਜਦੋਂ ਮੈਂ ਇਹਨਾਂ ਨੂੰ ਸਬਟਰੈਕਟ ਕਰੂੰਗੀ ਤਾਂ ਇਹ ਤਾਂ ਗਾਇਬ ਹੋ ਜਾਏਗਾ, x y ਬਚ ਜਾਏਗਾ ਤੇ ਇੱਧਰਲੀ ਟਰਮ ਬਚ ਜਾਏਗੀ। ਇਹਨਾਂ ਨੂੰ ਮੈਂ ਸੋਲਵ ਕਰ ਲੂੰਗੀ ਜਾਂ ਸਬਸਟੀਟਿਊਸ਼ਨ ਮੈਥਡ ਨਾਲ ਸੋਲਵ ਕਰ ਦਿਓ, ਜਿਹੜਾ ਮਰਜ਼ੀ ਮੈਥਡ ਯੂਜ਼ ਕਰ ਸਕਦੇ ਹੋ। ਇੱਥੇ ਮੈਂ ਐਲੀਮੀਨੇਸ਼ਨ ਮੈਥਡ ਯੂਜ਼ ਕਰਨ ਲੱਗੀ ਹਾਂ। ਠੀਕ ਹੈ, ਸੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਕੁਏਸ਼ਨਸ ਨੂੰ ਸਬਟਰੈਕਟ ਕਰਨਾ ਹੈ। ਜਦੋਂ ਸਬਟਰੈਕਟ ਕਰਨਾ ਹੈ ਸਾਈਨ ਚੇਂਜ ਕਰਨੇ ਹੈ। ਸਾਈਨ ਚੇਂਜ ਕਰਕੇ ਆਪਾਂ ਇਹਨਾਂ ਨੂੰ ਸਬਟਰੈਕਟ ਕਰਦੇ ਹਾਂ। प्लस द एक्स माइनस द एक्स कैंसिल हो गया, प्लस वाई की बन गया 180 माइनस 80, ठीक है। इधर की बन जाएगा 2y तो इस तरफ की आ जाएगा 10 माइनस 8 2 17 माइनस 1 60, ठीक है। 162 आ गया, इस तरफ बन गया 2y। हुण अगर y दे नाल जिहड़ा 2 है वो इधर मल्टीप्लाई हो रहा है तो इधर नीचे चल जाएगा। 162 नूं डिवाइड कर देंगे 2 नाल, क्योंकि 2 8 16 हुंदा है तो 2 1 2, सब कटिंग करती
ਸਿੰਪਲੀਫਾਈ ਕਰ ਲਿਆ, ਸੋਲਵ ਕਰ ਲਿਆ। y ਦੀ ਵੈਲਿਊ ਕੀ ਆ ਗਈ 81। ਸੋ ਇੱਕ ਐਂਗਲ ਤਾਂ ਨਿਕਲਿਆ ਆ। ਹੁਣ ਅਸੀਂ ਇਸ y ਨੂੰ ਕਿਸੇ ਵੀ ਇਕੁਏਸ਼ਨ 'ਚ, ਚਾਹੇ ਇਕੁਏਸ਼ਨ 1 'ਚ ਪੁੱਟ ਕਰ ਦਿਓ, ਚਾਹੇ ਇਕੁਏਸ਼ਨ 2 'ਚ ਪੁੱਟ ਕਰ ਦਿਓ, ਤਾਂ ਸਾਡੇ ਕੋਲ ਦੂਸਰੀ ਵੈਲਿਊ ਆ ਜਾਊਗੀ। ਪੁੱਟ ਕਰ ਦਿੰਦੇ ਹਾਂ ਇਨ ਇਕੁਏਸ਼ਨ 1, x plus y equals to 180 degree, x plus 81, x equals to 180 minus the 81। ठीक है, प्लस 81 इस तरफ सी, जो आप इक्वल टू इधर लेके जावांगे तो माइनस का 81 बन जाएगा। इनू आप सॉल्व कर लेंगे, एक ही बन गया साढ़े कोल 99। इनू आप सॉल्व कर लेने, x इज इक्वल्स टू 99। सो एक साढ़े कोल y की वैल्यू आ गई, एक साढ़े कोल x की वैल्यू आ गई। ਇਹਦਾ मतलब साढ़े कोल लार्जर एंगल भी आ गया। लार्जर एंगल कितना सी साढ़े कोल x मीनस लार्जर एंगल इज 99 डिग्री, तो स्मॉलर एंगल y स्मॉलर एंगल आ गया 81 डिग्री। सो इस तरह असी स्टेटमेंट सम नूं पहले इक्वेशन च कन्वर्ट किया। उन्हां इक्वेशनस नूं जिहड़े साढ़े कोल 3 मैथड्स हैं उन्हां विचों कोई भी मैथड यूज़ करके सॉल्व कर लिया, सॉल्व करके x ते y की एक यूनीक वैल्यू फाइंड कर ली। इस तरह के होर भी बहुत सारे क्वेश्चनस ने जिहड़े कि असीं अगे भी करांगे, तो तुसीं इन्हां क्वेश्चनस की प्रैक्टिस जरूर करनी है, रिवीजन जरूर करनी है हर बार क्वेश्चनस की, तो मैथड्स की प्रैक्टिस जरूर करनी है। तीनों मैथड्स की प्रैक्टिस करनी है, क्योंकि हो सकता है कि क्वेश्चन दे विच मैंशन होवे भी इस क्वेश्चन नूं एलिमिनेशन मैथड नाल ही सॉल्व करना है या क्रॉस मल्टीप्लीकेशन मैथड नाल ही सॉल्व करना है, तो उस टाइम तुसीं उही मैथड यूज़ करना है जिहड़ा क्वेश्चन दे विच दिता होएगा। सो इस तरह के होर बहुत सारे क्वेश्चनस आपां करांगे इस तो अगले लैक्चर्स दे विच। थैंक यू।